ਵੈਲਕਮ ਬੇਟਾ। ਅੱਜ ਆਪਾਂ ਕਰ ਰਹੇ ਹਾਂ ਕਲਾਸ 10th ਦੇ ਮਾਈ ਫਸਟ 100 ਡੇਜ਼ ਇਨ ਸਕੂਲ ਵਿਦ ਮੈਥਮੈਟਿਕਸ ਸ਼ੀਟ ਨੰਬਰ 3 ਡੇ 9 to 12। तो ਲੈਟਸ ਸਟਾਰਟ। ਪਹਿਲਾ ਕੁਐਸਚਨ ਦੇਖੋ, ਡੇ 9 ਦਾ ਵਰਕ। ਦਰਸਾਈ ਗਈ ਭਾਗ ਦੇ ਲਈ ਹੇਠਾਂ ਲਿਖੀ ਸੂਚਨਾ ਲਿਖੋ। ਰਾਈਟ ਦ ਫੋਲੋਇੰਗ ਇਨਫੋਰਮੇਸ਼ਨ ਫॉर द गिवन डिवीज़न। ਤਾਂ ਕੀ ਇਨਫੋਰਮੇਸ਼ਨ ਹੈ? ਭਾਜ, ਭਾਜਕ, ਭਾਗਫਲ ਤੇ ਬਾਕੀ ਪਤਾ ਕਰਨਾ। ਠੀਕ ਹੈ, ਹੁਣ ਇਹ ਹੁੰਦੇ ਕੀ ਨੇ ਬੇਟਾ, ਆਪਾਂ ਇਸੇ ਐਗਜ਼ਾਮਪਲ ਤੋਂ ਸਮਝਦੇ ਹਾਂ। ਇਹਨੇ ਡਿਵਾਈਡ ਕੀਤੀ ਹੈ, 14 ਬਾਹਰ ਰੱਖਿਆ, 117 ਅੰਦਰ ਹੈ। ਜਦੋਂ ਭਾਗ ਕੀਤੀ ਤਾਂ 8 ਆਨਸਰ ਆਇਆ, 5 ਇਹਦਾ ਬਾਕੀ ਆਇਆ। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਮੇਰੇ ਬੋਲਣ ਨਾਲ ਤੁਹਾਨੂੰ ਕਿਹੜਾ ਨਾਲ ਦੀ ਨਾਲ ਸਮਝ ਆ ਗਿਆ? ਬਾਕੀ। ਠੀਕ ਹੈ, ਤਾਂ ਇਹਦੇ ਵਿੱਚ ਜੋ ਇਹ 5 ਹੈ ਇਹਨੂੰ ਆਪਾਂ ਕਹਾਂਗੇ ਰਿਮਾਈਂਡਰ, ਇੱਥੇ ਲਿਖਾਂਗੇ ਆਪਾਂ। ਹਾਂਜੀ, ਇਸ ਤੋਂ ਬਾਅਦ ਕੀ ਹੈ? ਇੱਥੇ 5 ਹੈ ਰਾਜੇ। ਹੁਣ ਜਿਹਦੇ ਨਾਲ ਭਾਗ ਕੀਤੀ ਜਾਂਦੀ ਹੈ, ਮਤਲਬ ਆਪਾਂ 14 ਨਾਲ ਭਾਗ ਕਰ ਰਹੇ ਹਾਂ, ਤਾਂ ਉਹਨੂੰ ਆਪਾਂ ਬੋਲਾਂਗੇ ਭਾਜਕ, ਤੇ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਬੋਲਾਂਗੇ ਡਿਵਾਈਜ਼ਰ। ਠੀਕ ਹੈ ਜੀ। ਤੇ ਜਿਹੜਾ ਆਨਸਰ ਆਉਂਦਾ ਰਾਜੇ, ਜਿਵੇਂ 8 ਆਪਣਾ ਆਨਸਰ ਆਇਆ, ਇਹਨੂੰ ਆਪਾਂ ਕਹਿੰਦੇ ਹੁੰਦੇ ਆ ਕੋਸ਼ੈਂਟ, ਜਾਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ ਭਾਗਫਲ। ਠੀਕ ਹੈ, ਬਾਕੀ ਸਮਝ ਆ ਗਿਆ, ਭਾਜਕ ਸਮਝ ਆ ਗਿਆ, ਭਾਗਫਲ ਸਮਝ ਆ ਗਿਆ। ਤਾਂ ਜੋ ਇਹ 117 ਹੈ ਜਿਹਨੂੰ ਭਾਗ ਕੀਤਾ ਸੀ ਆਪਾਂ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਭਾਜ। ਤੇ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ? ਡਿਵੀਡੈਂਡ। ਪੰਜਾਬੀ ਦੇ ਵਿੱਚ ਯਾਦ ਰੱਖਣਾ ਤਾਂ ਬੱਚੇ ਬਹੁਤ ਸੌਖਾ ਹੈ, ਕਿਉਂਕਿ ਪੰਜਾਬੀ ਵਿਆਕਰਨ ਦੇ ਅਕੋਰਡਿੰਗ ਹੀ ਇਹਨਾਂ ਦੇ ਅਰਥ ਵੀ ਤੁਹਾਨੂੰ ਸਪਸ਼ਟ ਹੋ ਰਹੇ ਨੇ। ਜਿੱਦਾਂ ਆਪਾਂ ਸ਼ਬਦ ਬੋਲਦੇ ਹਾਂ ਬੇਟਾ, ਭਾਗ ਫਲ, ਤਾਂ ਭਾਗ ਦਾ ਫਲ, ਭਾਗ ਕਰਨ ਤੋਂ ਬਾਅਦ ਜੋ ਫਲ ਮਿਲਿਆ, ਮਤਲਬ ਜੋ ਆਨਸਰ ਆਇਆ। ਠੀਕ ਹੈ, ਤਾਂ ਤੁਸੀਂ ਕਦੇ ਵੀ ਨਹੀਂ ਭੁੱਲੋਗੇ ਕਿ ਭਾਗ ਫਲ ਕੀ ਹੈ, ਜੋ ਆਨਸਰ ਆਉਂਦਾ। ਭਾਜਕ, ਭਾਜ ਕਰਨ ਵਾਲਾ, ਭਾਗ ਨੂੰ ਕਰਨ ਵਾਲਾ, ਤਾਂ ਭਾਗ ਨੂੰ ਕੌਣ ਕਰ ਰਿਹਾ ਹੈ? ਜੋ ਬਾਹਰ ਲਿਖਿਆ ਹੁੰਦਾ ਹੈ, ਤਾਂ ਇਹ ਵੀ ਨਹੀਂ ਭੁੱਲੋਗੇ। ਭਾਜ ਮਤਲਬ ਜੋ ਭਾਗ ਹੋ ਗਿਆ, ਜਿਹਨੂੰ ਭਾਗ ਕੀਤਾ ਗਿਆ, ਤਾਂ ਉਹ ਕੌਣ ਸੀ? 117। ਤਾਂ ਇੱਦਾਂ ਤੁਹਾਨੂੰ ਸਮਝ ਆ ਗਿਆ ਹੋਊਗਾ। ਬਾਕੀ ਤੋਂ ਕਲੀਅਰ ਹੀ ਹੈ, ਬਾਕੀ ਦਾ ਮਤਲਬ ਆਪਾਂ ਬਚੇ ਹੋਏ ਨੂੰ ਕਹਿੰਦੇ ਹੁੰਦੇ ਹਾਂ। ਕਲੀਅਰ ਹੈ ਜੀ ਡੇ 9 ਦਾ ਕੰਮ। ਤਾਂ ਚਲੋ ਆਪਾਂ ਇਹਦੀ ਹੋਮ ਅਸਾਈਨਮੈਂਟ 'ਤੇ ਚੱਲਦੇ ਹਾਂ। ਤਾਂ ਕੁਐਸਚਨ ਕੀ ਹੈ? 347 ਨੂੰ ਡਿਵਾਈਡ ਕਰਨਾ ਆਪਾਂ 12 ਦੇ ਨਾਲ, ਤੇ ਭਾਜ, ਭਾਜਕ, ਭਾਗਫਲ, ਬਾਕੀ ਇਹ ਸਾਰੇ ਲਿਖਣੇ ਨੇ। ਠੀਕ ਹੈ ਜੀ, ਚਲੋ ਕਰੀਏ ਆਪਾਂ ਭਾਗ। ਹਾਂਜੀ, 12 ਆਪਾਂ ਬਾਹਰ ਰੱਖਿਆ, 347 ਆਪਾਂ ਅੰਦਰ ਰੱਖਿਆ। 12 ਦਾ ਪਹਾੜਾ ਪੜਾਂਗੇ ਜੀ। 12 ਏਕਮ 12, 12 ਦੂਣਾ 24, 12 ਤੀਆ 36। तो 36 ਤਾਂ ਹੋ ਗਿਆ ਜੀ ਵੱਡਾ, ਤਾਂ ਆਪਾਂ 12 ਦੂਣਾ 24 ਲਗਾ ਦਾਂਗੇ। ਓਕੇ, ਹੁਣ ਇਹਨੂੰ ਕਰੋ ਮਾਈਨਸ। 4 ਚੋਂ 4 ਗਏ 0, 3 ਚੋਂ 2 ਗਏ 1, ਉੱਪਰੋਂ ਤਾਰਿਆ ਆਪਾਂ 7, ਤਾਂ 12 8 96 ਲੱਗੇਗਾ। 10th ਦੇ ਬੱਚਿਓ, ਡਿਵਾਈਡ ਤਾਂ ਆਪਾਂ ਨੂੰ ਕਰਨੀ ਆਉਂਦੀ ਹੈ ਨਾ। ਤਾਂ 107 ਦੇ ਵਿੱਚੋਂ ਜਦੋਂ 96 ਘਟਾਵਾਂਗੇ ਤਾਂ ਆਪਣੇ ਕੋਲ ਕਿੰਨਾ ਆਨਸਰ ਆਏਗਾ ਜੀ? 11। ਤਾਂ ਹੁਣ ਉਹ ਜਿਹੜਾ ਕੁਝ ਪੁੱਛ ਰਿਹਾ ਭਰ ਦਿਓ। ਡਿਵੀਡੈਂਡ ਕੌਣ ਹੈ? ਭਾਜ ਕੌਣ ਹੈ? 347। ਕੋਸ਼ੈਂਟ ਕੌਣ ਹੈ? ਆਨਸਰ ਕੌਣ ਆਇਆ ਹੈ? 28। ਰਿਮਾਈਂਡਰ ਬਾਕੀ ਕੀ ਹੈ? 11। ਤੇ ਭਾਜ ਕਿਹਨੇ ਕੀਤੀ ਹੈ? ਡਿਵਾਈਜ਼ਰ ਕੌਣ ਹੈ? 12। ਠੀਕ ਹੈ, ਤੇ ਬਾਕੀ ਆਪਣੇ ਕੋਲ ਸੀ 11। ਸਮਝ ਆ ਗਿਆ ਬੇਟਾ ਸਾਹਮਣੇ ਇਹ? ਚਲੋ ਮੂਵ ਔਨ ਟੂ ਨੈਕਸਟ ਡੇ, ਡੇ 10। स्टूडेंट्स, डू यू नो that dividend is equal to divisor into quotient plus remainder। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਭਾਜ ਬਰਾਬਰ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਹੁੰਦਾ ਹੈ? ਦੇਖੋ ਇਹ ਰਿਲੇਸ਼ਨ ਆਪਾਂ 5th ਦੇ ਵਿੱਚ ਯੂਜ਼ ਕੀਤਾ ਹੈ। 5th 6th ਜਦੋਂ ਆਪਾਂ ਡਿਵਾਈਡ ਕਰਨੀ ਅੱਛੀ ਤਰ੍ਹਾਂ ਸਿੱਖ ਜਾਂਦੇ ਹਾਂ, ਤਾਂ ਉਦੋਂ ਇਸ ਰੂਲ ਨੂੰ ਵੀ ਲਗਾ ਕੇ ਦੇਖਦੇ ਹੁੰਦੇ ਹਾਂ। ਚਲੋ ਕਿਸੇ ਛੋਟੇ ਜਿਹੇ ਸਮ 'ਤੇ ਲਗਾ ਕੇ ਦੇਖਦੇ ਹਾਂ। ਆਪਾਂ 11 ਨੂੰ ਡਿਵਾਈਡ ਕਰ ਰਹੇ ਹਾਂ 3 ਨਾਲ। ਠੀਕ ਹੈ ਜੀ, ਤਾਂ ਹੁੰਦਾ ਨਹੀਂ ਡਿਵਾਈਡ ਪੂਰਾ। 3 ਤੀਏ 9, ਤੇ ਬਾਕੀ ਕਿੰਨਾ ਬਚਿਆ ਜੀ? 2। ਤਾਂ ਚੈੱਕ ਕਰੋ, ਉਹਨੇ ਇਹ ਕਿਹਾ ਕਿ ਜਦੋਂ ਇਹਨਾਂ ਦੋਨਾਂ ਨੂੰ ਗੁਣਾ ਕਰਦੇ ਹਾਂ, ਭਾਜਕ ਨੂੰ ਭਾਗਫਲ ਨਾਲ, ਤੇ ਉਹਦੇ ਵਿੱਚ ਇਹ ਬਾਕੀ ਜੋੜ ਦਿੰਦੇ ਹਾਂ, ਤਾਂ ਬਣਦਾ ਕੀ ਹੈ? ਭਾਜ। ਠੀਕ ਹੈ, ਕਰਕੇ ਦੇਖੋ ਜੀ।
3 ਤੀਏ 9, 9 + 2 11, ਤਾਂ 11 ਇਹਦੇ ਬਰਾਬਰ ਹੀ ਆਇਆ। ਹਾਂਜੀ, ਜਿਹੜੇ ਮਰਜ਼ੀ ਡਿਵਾਈਡ ਦੇ ਲਈ ਆਪਾਂ ਇਹ ਰੂਲ ਲਗਾਵਾਂਗੇ ਇਹ ਸਹੀ ਹੋਏਗਾ। ਤਾਂ ਚਲੋ ਆਪਾਂ ਇਹਦੀ ਹੋਮ ਅਸਾਈਨਮੈਂਟ 'ਤੇ ਚੱਲੀਏ। Rahul mistakenly rubbed the dividend of this question. Can you help him to find it? ਰਾਹੁਲ ਤੋਂ ਗਲਤੀ ਨਾਲ ਇਸ ਪ੍ਰਸ਼ਨ ਦਾ ਭਾਜ ਮਿਟ ਗਿਆ ਹੈ। ਕਿਸ ਪ੍ਰਸ਼ਨ ਦਾ ਬੱਚੇ? ਇਸ ਪ੍ਰਸ਼ਨ ਦਾ। ਠੀਕ ਹੈ, ਤਾਂ ਕੀ ਤੁਸੀਂ ਉਸ ਨੂੰ ਪਤਾ ਕਰਨ ਵਿੱਚ ਮਦਦ ਕਰ ਸਕਦੇ ਹੋ? ਦੱਸੋ ਜੀ, ਤੁਹਾਨੂੰ ਪੁੱਛ ਰਹੇ ਹਾਂ, ਮਦਦ ਕਰ ਸਕਦੇ ਹੋ? ਯੈਸ ਵੀ ਕੈਨ। ਹਾਂਜੀ, ਅਸੀਂ ਮਦਦ ਕਰ ਸਕਦੇ ਹਾਂ। ਤਾਂ ਕਿਵੇਂ ਕਰੀਏ ਜੀ? ਹੁਣੀ ਰੂਲ ਪੜ੍ਹਿਆ। ਆਪਾਂ ਕਿਹਾ ਸੀ ਵੀ ਜੇ ਪਤਾ ਕਰਨਾ ਆਪਾਂ ਭਾਜ, ਤਾਂ ਭਾਜਕ ਨੂੰ ਭਾਗਫਲ ਨਾਲ ਗੁਣਾ ਕਰਨਾ। ਠੀਕ ਹੈ ਜੀ, ਡਿਵਾਈਜ਼ਰ ਨੂੰ ਕੋਸ਼ੈਂਟ ਨਾਲ ਗੁਣਾ ਕਰਨਾ। ਆਪਾਂ ਇੱਧਰਲੇ ਪਾਸੇ ਲਿਖਾਂਗੇ ਡਿਵੀਡੈਂਡ ਇਜ਼ ਇਕੁਅਲ ਟੂ, ਮਤਲਬ ਜੋ ਭਾਜ ਹੈ ਉਹ ਕਿਹਦੇ ਬਰਾਬਰ ਹੈ? 43 × 138 ਪਲੱਸ ਜੋ ਵੀ ਬਾਕੀ ਹੈ। ਤਾਂ ਗੁਣਾ ਕਰਕੇ ਚੈੱਕ ਕਰੋ ਵੀ ਸਹੀ ਆਉਂਦਾ। ਜਦੋਂ ਆਪਾਂ 43 ਨੂੰ 138 ਨਾਲ ਗੁਣਾ ਕਰਾਂਗੇ ਤਾਂ ਇਹ ਆਪਣੇ ਕੋਲ ਆਏਗਾ 5934 ਪਲੱਸ 2। ਜਦੋਂ ਪਲੱਸ 2 ਕਰਤੇ ਬਣ ਜਾਏਗਾ 5936। ਤਾਂ ਆਪਾਂ ਰਾਹੁਲ ਦੀ ਹੈਲਪ ਕਰ ਦਿੱਤੀ ਭਾਜ ਪਤਾ ਕਰਨ ਦੇ ਵਿੱਚ। ਠੀਕ ਹੈ ਜੀ, ਸਮਝ ਆ ਗਿਆ? ਤਾਂ ਚੱਲੀਏ ਆਪਾਂ ਨੈਕਸਟ ਕੁਐਸਚਨ 'ਤੇ। ਡੇ 11 ਇਹਦੇ ਵਿੱਚ ਆਪਾਂ ਨੂੰ ਕੀ ਦੱਸਿਆ ਹੋਇਆ? ਅਭਾਜ ਸੰਖਿਆਵਾਂ। ਜਿਹੜਾ ਆਪਣਾ ਫਸਟ ਚੈਪਟਰ ਦੇ ਵਿੱਚ 1.2 ਦੇ ਵਿੱਚ ਵੀ ਆਪਾਂ ਪ੍ਰਾਈਮ ਫੈਕਟਰਾਈਜੇਸ਼ਨ ਕਰਦੇ ਹਾਂ, HCF LCM ਪਤਾ ਕਰਨ ਲਈ ਵੀ ਆਪਾਂ ਪ੍ਰਾਈਮ ਫੈਕਟਰਾਈਜੇਸ਼ਨ ਕਰਦੇ ਹਾਂ, ਪਰ ਜ਼ਿਆਦਾਤਰ ਆਪਾਂ ਪ੍ਰਾਈਮ ਨੰਬਰਸ ਨੂੰ ਭੁੱਲ ਜਾਂਦੇ ਹਾਂ। ਕਦੀ ਨਾ ਕਦੀ ਆਪਾਂ ਗਲਤੀ ਕਰ ਜਾਂਦੇ ਹਾਂ। ਤਾਂ ਕੀ ਹੁੰਦੀਆਂ ਨੇ ਅਭਾਜ ਸੰਖਿਆਵਾਂ? ਦੁਬਾਰਾ ਰਿਵਾਈਜ਼ ਕਰਵਾ ਰਹੇ ਨੇ। ਤਾਂ ਅਭਾਜ ਸੰਖਿਆਵਾਂ ਕੀ ਨੇ? ਉਹ ਸੰਖਿਆਵਾਂ ਜਿਨ੍ਹਾਂ ਦੇ ਕੇਵਲ 2 ਹੀ ਗੁਣਨਖੰਡ ਹੁੰਦੇ ਨੇ। ਕਿਹੜੇ? ਇੱਕ ਤੇ ਉਹ ਸੰਖਿਆ ਆਪ। ਪ੍ਰਾਈਮ ਨੰਬਰ a number which has only 2 factors, 1 and the number itself। ਜਿੱਦਾਂ ਦੇਖੋ ਉਹਨੇ ਆਹ ਇੱਕ ਟੇਬਲ ਬਣਾਇਆ 1 ਤੋਂ ਲੈ ਕੇ 100 ਤੱਕ ਕਾਊਂਟਿੰਗ ਲਿਖੀ ਹੈ, ਉਹਦੇ ਵਿੱਚ ਅਭਾਜ ਸੰਖਿਆਵਾਂ ਪਤਾ ਕੀਤੀਆਂ ਨੇ। ਆਪਾਂ ਦੇਖਦੇ ਹਾਂ, ਜਿਵੇਂ ਮੈਂ ਲਿਖ ਰਹੀ ਹਾਂ 1 2 3 4 5 6 7 8 9 10 11 12 13 14 15। ਆਪਾਂ ਇੱਥੇ ਤੱਕ ਪਤਾ ਕਰਦੇ ਹਾਂ। ਤਾਂ 1 ਨੂੰ ਤਾਂ ਬੇਟੇ ਇਸ ਕੰਮ ਦੇ ਵਿੱਚ ਲੈਣਾ ਹੀ ਨਹੀਂ। ਕਿਉਂ? ਕਿਉਂਕਿ 1 ਇੱਕ ਯੂਨੀਕ ਨੰਬਰ ਹੈ ਜਿਹਨੂੰ ਆਪਾਂ ਨਾ ਭਾਜ ਮੰਨਦੇ ਹਾਂ ਅਤੇ ਨਾ ਅਭਾਜ ਮੰਨਦੇ ਹਾਂ। ਠੀਕ ਹੈ ਜੀ, ਤਾਂ ਆਪਾਂ ਸ਼ੁਰੂਆਤ ਕਰਦੇ ਹਾਂ 2 ਤੋਂ। 2 ਦੇ ਉੱਪਰ ਮੈਂ ਰਾਊਂਡ ਪਾ ਲਿਆ। ਹੁਣ ਇਹ ਸਾਰੇ ਨੰਬਰਸ ਨਾਲ ਭਾਗ ਹੋ ਕੇ ਦਿਖਾਏਗਾ ਵੀ ਕਿਹਦੇ ਨਾਲ ਇਹ ਭਾਗ ਹੋ ਰਿਹਾ ਹੈ। ਉਹਨੂੰ ਆਪਾਂ ਕੱਟੀ ਜਾਣਾ। ਜਿਵੇਂ 2 ਦੇ ਟੇਬਲ 'ਤੇ 4 ਆ ਗਿਆ, ਉਹਨੂੰ ਆਪਾਂ ਕੱਟਤਾ, 6 ਕੱਟਤਾ, 8 ਕੱਟਤਾ, 10 ਕੱਟਤਾ, 12 ਕੱਟਤਾ, 14 ਕੱਟਤਾ। ਜਦੋਂ ਮੈਂ ਇਹ ਕੰਮ ਕਰ ਰਹੀ ਸੀ ਤਾਂ ਕੀ ਤੁਹਾਨੂੰ 6ਵੀਂ 'ਚ ਕੀਤੀ ਹੋਈ ਕਿਰਿਆ ਯਾਦ ਆਈ? ਜਦੋਂ ਆਪਾਂ 6ਵੀਂ ਦੇ ਵਿੱਚ ਆਉਂਦੇ ਹਾਂ ਸਕੂਲ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਆਪਾਂ ਇਹੀ ਕਿਰਿਆ ਕਰਦੇ ਹਾਂ ਬੇਟਾ, ਅਭਾਜ ਸੰਖਿਆਵਾਂ ਪਤਾ ਕਰਨਾ। ਚਲੋ ਹੁਣ ਨੈਕਸਟ ਆਪਾਂ 3 ਦੇ ਉੱਪਰ ਰਾਊਂਡ ਲਗਾ ਲੈਂਦੇ ਹਾਂ। 3 ਜਿਹਨੂੰ ਵੀ ਕੱਟ ਕੇ ਆਏਗਾ ਉਸ 'ਤੇ ਕ੍ਰੋਸ ਲਗਾਈ ਜਾਣਾ। ਤਾਂ 3 ਦੂਣੀ 6, 6 ਆਲਰੇਡੀ ਕੱਟਿਆ ਹੋਇਆ ਹੈ। ਫਿਰ 7 8 9 10 11 12 ਪਹਿਲਾਂ ਹੀ ਕੱਟਿਆ ਹੋਇਆ ਹੈ। 13 14 ਤੋਂ ਬਾਅਦ 15। ਠੀਕ ਹੈ, 3 ਦਾ ਪਹਾੜਾ ਪੜਨਾ। 3 ਦੂਣੀ 6 ਕੱਟਿਆ ਹੋਇਆ ਸੀ, 3 ਤੀਏ 9 ਕੱਟਤਾ, 3 ਚੌਕੇ 12 ਕੱਟਿਆ ਹੋਇਆ ਸੀ ਪਹਿਲਾਂ ਹੀ, 3 ਪੰਜੇ 15। ਉਸ ਤੋਂ ਨੈਕਸਟ ਹੈ ਆਪਣੇ ਕੋਲੇ 5। ਤਾਂ 5 ਦੇ ਪਹਾੜੇ 'ਤੇ 7 ਵੀ ਨਹੀਂ ਆਉਂਦਾ। ਦੇਖੋ ਜੋ ਬਚਿਆ ਹੋਇਆ 11 ਵੀ ਨਹੀਂ ਆਉਂਦਾ, 13 ਵੀ ਨਹੀਂ ਆਉਂਦਾ। ਠੀਕ ਹੈ ਜੀ, ਫਿਰ ਆਪਾਂ ਅੱਗੇ 7 'ਤੇ ਰਾਊਂਡ ਲਗਾ ਲਿਆ। ਇਹਦੇ ਨਾਲ ਵੀ ਕੱਟਣ ਵਾਲਾ 15 ਤੱਕ ਕੋਈ ਨਹੀਂ ਆ ਰਿਹਾ, 11 'ਤੇ ਵੀ ਨਹੀਂ ਆ ਰਿਹਾ, 13 'ਤੇ ਵੀ ਨਹੀਂ ਆ ਰਿਹਾ। ਤਾਂ ਇਟ ਮੀਨਸ ਆਪਾਂ 15 ਤੱਕ ਕਿਹੜੀਆਂ ਅਭਾਜ ਸੰਖਿਆਵਾਂ ਲੱਭ ਲਈਆਂ? ਇੱਕ ਤਾਂ ਲੱਭ ਲਈ 2 3 5 7 11 ਅਤੇ 13। ਕਲੀਅਰ ਹੈ? ਇੱਦਾਂ ਹੀ ਆਪਣੇ ਕੋਲ ਅੱਗੇ ਹੋਰ ਜਿਹੜੀਆਂ ਸੰਖਿਆਵਾਂ ਨੇ ਉਹ ਆਉਂਦੀਆਂ ਰਹਿਣਗੀਆਂ, ਜਿਹੜੀਆਂ ਸਿਰਫ ਔਰ ਸਿਰਫ ਆਪਣੇ ਪਹਾੜੇ 'ਤੇ ਆਉਂਦੀਆਂ ਨੇ ਜਾਂ ਫਿਰ ਇੱਕ 'ਤੇ ਹੀ ਆਉਂਦੀਆਂ ਨੇ, ਜਾਂ ਫਿਰ ਇਹਨੂੰ ਦੂਸਰੀ ਤਰ੍ਹਾਂ ਕਹਿ ਲਓ ਜਿਨ੍ਹਾਂ ਦੇ ਕੇਵਲ 2 ਹੀ ਗੁਣਨਖੰਡ ਹੁੰਦੇ ਨੇ। ਆਈ ਥਿੰਕ ਮੈਂ ਤੁਹਾਨੂੰ ਬਹੁਤ ਵਿਸਤਾਰ ਨਾਲ ਇਹ ਸਮਝਾਤਾ, ਤੁਹਾਨੂੰ ਯਾਦ ਆ ਗਿਆ ਹੋਊਗਾ, ਸਮਝ ਆ ਗਿਆ ਹੋਊਗਾ। ਤਾਂ ਆਪਾਂ ਹੁਣ ਇਸ ਦੀ ਹੋਮ ਅਸਾਈਨਮੈਂਟ 'ਤੇ ਚੱਲਦੇ ਹਾਂ।
हाँ जी, सब तो छोटी अभाज्य संख्या ਸਮੋਲੈਸਟ ਪ੍ਰਾਈਮ ਨੰਬਰ। ਤਾਂ ਹੁਣੀ ਆਪਾਂ ਟੇਬਲ ਸ਼ੁਰੂ ਕੀਤਾ ਸੀ 1 ਤੋਂ, ਤੇ 1 ਨੂੰ ਆਪਾਂ ਨਹੀਂ ਰੱਖਿਆ ਸੀ ਇਸ ਕੈਟੇਗਰੀ ਦੇ ਵਿੱਚ ਕਿਉਂਕਿ ਉਹ ਯੂਨੀਕ ਸੀ। ਤਾਂ ਸਮੋਲੈਸਟ ਪ੍ਰਾਈਮ ਨੰਬਰ ਕਿਹੜਾ ਲੱਭਿਆ ਆਪਾਂ ਨੂੰ? 2। ਸਭ ਤੋਂ ਛੋਟੀ ਭਾਜ ਸੰਖਿਆ, ਤਾਂ ਉਹ ਸੰਖਿਆ ਜਿਹੜੀ ਕਿਸੇ ਹੋਰ ਦੇ ਟੇਬਲ 'ਤੇ ਚਲੀ ਜਾਂਦੀ ਹੈ। ਸਭ ਤੋਂ ਛੋਟੀ ਦੇਖੋ ਆਪਾਂ 2 3 4 5 ਇੱਦਾਂ ਲਿਖ ਰਹੇ ਸੀ ਨਾ, ਤਾਂ 2 ਨੇ 2 ਦੇ ਉੱਪਰ ਆਪਾਂ ਰਾਊਂਡ ਪਾਇਆ ਸੀ, ਉਹਨੇ 4 ਕੱਟਤਾ ਸੀ। ਉਸ ਤੋਂ ਬਾਅਦ 3 ਦੇ ਉੱਪਰ ਆਪਾਂ ਰਾਊਂਡ ਪਾਇਆ ਸੀ, ਇਹਦਾ ਮਤਲਬ ਪ੍ਰਾਈਮ ਹੀ ਸੀਗੇ ਨਾ। ਤਾਂ ਸਭ ਤੋਂ ਛੋਟਾ ਅੱਖਰ ਕਿਹੜਾ ਹੈ ਜਿਹੜਾ ਸਭ ਤੋਂ ਪਹਿਲਾਂ ਕਿਸੇ ਟੇਬਲ 'ਤੇ ਗਿਆ? 4 'ਤੇ। ਤਾਂ ਇਹ ਕੰਪੋਜ਼ਿਟ ਨੰਬਰ ਹੈ ਕਿਉਂਕਿ ਇਸ ਦਾ ਫੈਕਟਰ 4 ਵੀ ਹੈ, 1 ਵੀ ਹੈ ਅਤੇ 2 ਦੇ ਟੇਬਲ 'ਤੇ ਵੀ ਚਲਾ ਗਿਆ। ਠੀਕ ਹੈ। ਕਿਹੜੀ ਸੰਖਿਆ ਨਾ ਹੀ ਭਾਜ ਹੈ ਅਤੇ ਨਾ ਹੀ ਅਭਾਜ? ਆਪਾਂ ਹੁਣੀ ਬੋਲਿਆ ਸੀ ਕਿਹੜੀ ਸੰਖਿਆ ਹੈ? ਵਿਚ ਇਜ਼ ਨੀਦਰ ਪ੍ਰਾਈਮ ਨੋਰ ਕੰਪੋਜ਼ਿਟ, ਇਟ ਇਜ਼ 1। क्लियर है जी। तो अपना आ गया हूँ डे 12। लेट अस फाइंड द प्राइम फैक्टर्स ऑफ 24 एंड मेक अ फैक्टर ट्री। आओ 24 के अभाज गुणनखंड पता करिए तो गुणनखंड रुख बनाइए। तो 24 के आप गुणनखंड बनाते, पर इधरले पासे बेटा जिहदे नाल आपां भाग करते हैं वो सिर्फ प्राइम नंबर ही लिखने ने, इत्थे कोई भी होर अखर नहीं आएगा। तो आप प्राइम फैक्टराइजेशन मैथड नाल ਇਹਦੇ प्राइम फैक्टराइजेशन कर ਦਿੱਤੀ। ठीक है, ये तो सौखा काम सी, तुसी 10th चों तुसी ईजीली कर सकते हो। हाँ जी, हुण ਇਹਦੀ होम असाइनमेंट ਦੇ ਵਿੱਚ ਆਪਣੇ ਕੋਲੇ 2 सम ने, एक सम मैं करदी हाँ, एक ਤੁਹਾਨੂੰ एज अ होमवर्क ਦਿੰਦੇ ਹਾਂ। चलो जी ਆਪਾਂ ਕਰਦੇ ਹਾਂ 36। तो प्राइम फैक्टर बनाने हैं। कोई भी वड्डी रकम भी आती है तो तरीका की है, उसकी पिछला डिजिट देखो, जो ईवन है जिसत है तो वह 2 के टेबल पर जाएगा। 2 के टेबल पर आप इनू भाग करांगे, कितना आंसर आ जाऊगा जी 18। फिर इनू 2 ते भाग करांगे क्योंकि पिछे अपने को 8 है, ईवन है, कितना आंसर आ जाएगा 9। 9 किहड़े टेबल पर जाता है? 3 ते, आंसर आ जाएगा 3। फिर 3 ते गया, आंसर कितना आ जाएगा 1। तो अपने फैक्टर ट्री दे विच किहड़े किहड़े अपने फैक्टर्स आ गए? 2 2 3 ते 3। ठीक है जी। 3 3 9, 9 दूनी 18, 18 दूना 36। तो ये आपां कोई भी यह जा संख्या नहीं यूज़ की जिहड़ी किसी होर दे टेबल ते आउंदी होवे। असीं सिर्फ और सिर्फ अभाज संख्यावां ही यूज़ कीतियां ने। हाँ जी बेटे, तुहानूं ये शीट नंबर 3 पूरी तरह समझ आ गई होगी। इनू ये नाल दे क्वेश्चनस अपनी बुक विच भी ने, उन्होंने भी करन दी कोशिश करियो ते महर क्लासिस नूं ऐदां ही लाइक करते रहियो, अगे तो अगे शेयर करो बेटा। हाँ जी बेटे, शीट 4 भी आपां नाल ही शुरू कर लैंदे हां क्योंकि उहदे विच 2 ही दिन का काम है, 13 ते 14th डे। डे 13 का काम देखो, आपां HCF ते LCM फाइंड करना है 24 ते 18 का। तो आप पहला दोनों के प्राइम फैक्टर्स बना लैंदे हां, 18 के प्राइम फैक्टर बना ले तो 24 के भी। तो HCF की दस्या होया है? HCF हुंदे ने हाईएस्ट कॉमन फैक्टर्स, जिहड़ा दोनों के कॉमन आ रहा है, एक तो 2 है, एक 3 है। तो इन्हां दा HCF की हो जाएगा 6। तो LCM फाइंड करन लई लीस्ट कॉमन मल्टीप्लायर लई पहलां आपां HCF लिखांगे, फिर जिहड़े अभाज गुणनखंड ये दोनों तो बिना रह गए, कॉमन तो बिना रह गए, वो लिखांगे। तो देखो किहड़े किहड़े रह गए अपने कोले सीगे 2 × 3 × 3 18 दे, 2 × 2 × 2 × 3 सीगे 24 दे। आपां ने 3 कॉमन कढ लिया सी ते 2 दोनों दे विच कॉमन सी ते 6 आपां HCF कढ लिया सी। हुण बचे किहड़े किहड़े ने देखो 3 ते एक 2 ते एक होर 2। ठीक है, इन्हों मल्टीप्लाई करो, ये अपना LCM आ जाएगा। 6 तीए 18, 18 दूना 36 ते 36 दूना 72, 72 अपना LCM आ जाएगा। ठीक है जी। हुण इहदा नैक्सट आपां डे का काम भी इत्थे समझ लैंदे आ। ये मैं थोनों बिल्कुल फस्ट वीडियो दे विच दसता सी बेटे, रूल LCM × HCF किहदे इक्वल हुंदा है? प्रोडक्ट ऑफ बोथ नंबरस लिखिया सी आपां उत्थे, इन्हें इत्थे की लिखिया है फस्ट नंबर × सैकेंड नंबर। बोथ आर ट्रू बेटा, जिद्दां मर्जी तुसी लिख सकते हो। HCF × LCM इज़ इक्वल टू प्रोडक्ट ऑफ बोथ नंबर्स।
या HCF इंटू LCM इक्वल टू फस्ट नंबर इंटू सैकेंड नंबर। ठीक है जी, इन्हें यही 24 ਤੇ 18 ਦੀ एग्जाम्पल लैके ही इनू सॉल्व करन दी कोशिश की है। तो ऑलवेज ही ट्रू आउंदा हुंदा है। अपने कोल दो नंबर्स ने 24 ਤੇ 18, आपां इन्हां दी मल्टीप्लाई करांगे। ठीक, उधरों आपां HCF कितना आया सी अपना 6, LCM कितना आया सी अपना 72, तो इन्हां दी भी मल्टीप्लाई करके देखांगे। हाँ जी, 24 ਨੂੰ 18 ਨਾਲ मल्टीप्लाई करन तो बाद अपने कोल आंसर आया है 432, 432। तो जदों आपां HCF ते LCM ਨੂੰ मल्टीप्लाई करते हैं तो वह आंसर भी आएगा 432। तो ਇਹਦਾ मतलब रूल ਜਿਹੜਾ ਸੀ ਜਿਹਦੀ ਆਪਾਂ ਜਾਂਚ ਕਰ ਰਹੇ ਸੀ, ਜਿਹਨੂੰ ਆਪਾਂ ਵੈਰੀਫਾਈ ਕਰ ਰਹੇ ਸੀ, ਉਹ ਟਰੂ ਹੋ ਗਿਆ। ਤਾਂ ਇੱਦਾਂ ਆਪਾਂ ਹੁਣ ਇਹਨਾਂ ਦੀ ਹੋਮ ਅਸਾਈਨਮੈਂਟ 'ਤੇ ਚੱਲਦੇ ਹਾਂ ਕਿ ਉਹ ਸਾਨੂੰ ਕੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਨ। तो होम असाइनमेंट का फस्ट क्वेश्चन ये बेटे NTSC वाले लैवल के लिए भी इंपॉर्टेंट क्वेश्चन है, क्योंकि ये अद्धे अद्धे सकिंट के विच तुसीं सम सॉल्व करने होंदे आ उत्थे। तो इदां दे क्वेश्चनस बहुत वारी आउंदे ने। तो पढ़ो इनू। द फस्ट बैल रिंग्स एवरी 6 मिनट्स, सैकेंड बैल रिंग्स एवरी 8 मिनट्स एंड थर्ड बैल रिंग्स एवरी 12 मिनट्स। पंजाबी दे विच देखो जी, वो कहंदे जिहड़ी पहली बैल है ਉਹ 6 ਮਿੰਟ ਵਿੱਚ, ਦੂਜੀ ਬੈਲ 8 ਮਿੰਟ ਤੇ ਤੀਜੀ ਬੈਲ 12 ਮਿੰਟ ਬਾਅਦ ਵੱਜਦੀਆਂ ਹਨ। ਜੇਕਰ ਇਹ ਤਿੰਨੋਂ ਇਕੱਠੀਆਂ ਸ਼ਾਮ 5 ਵਜੇ ਵੱਜੀਆਂ ਹੋਣ, ਠੀਕ ਹੈ, ਇਫ ਆਲ ਦਾ 3 ਬੈਲਸ ਰਿੰਗ ਐਟ ਦਾ ਸੇਮ ਟਾਈਮ ਐਟ 5 PM, ਵੈਨ ਵਿਲ ਬੀ ਦਾ ਨੈਕਸਟ ਟਾਈਮ ਦਾ 3 ਬੈਲਸ ਵਿਲ ਰਿੰਗ ਟੂਗੈਦਰ। ਤਾਂ ਕਹਿੰਦੇ ਦੱਸੋ ਇਸ ਤੋਂ ਬਾਅਦ ਉਹ ਇਕੱਠੀਆਂ ਕਦੋਂ ਵੱਜਣਗੀਆਂ ਬੈਲਾਂ ਤਿੰਨੋਂ। ਹਾਂਜੀ, ਤਾਂ ਆਪਾਂ ਇਹਨੂੰ ਆਪਾਂ ਪਹਿਲਾਂ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ। मान लो ये 5 ਵਜੇ ਹੋਏ ਨੇ, 5 ਵਜੇ ਦਾ ਟਾਈਮ ਹੈ। तो ਜਦੋਂ ਪਹਿਲੀ ਬੈਲ ਵੱਜੀਆਂ, ਇੱਥੇ ਪਹਿਲਾਂ ਤਿੰਨੋਂ ਬੈਲਸ ਇਸ ਥਾਂ 'ਤੇ ਇਕੱਠੀਆਂ ਵੱਜ ਚੁੱਕੀਆਂ। ਠੀਕ ਹੈ, ਇਹ ਤਿੰਨੋਂ ਬੈਲਸ ਵੱਜ ਚੁੱਕੀਆਂ। ਤਾਂ ਜਿਹੜੀ ਪਹਿਲੀ ਬੈਲ ਹੈ ਉਹ ਹਰ 6 ਮਿੰਟ ਬਾਅਦ ਵੱਜਣੀ ਹੈ। 6 6 6 ਇੱਦਾਂ। ਠੀਕ ਹੈ, 6 ਮਿੰਟ ਬਾਅਦ ਉਹਨੇ ਵੱਜਣਾ ਬੈਲ ਨੇ। ਇਹਨੂੰ ਥੋੜ੍ਹਾ ਜਿਹਾ, ਠੀਕ ਹੈ ਜੀ। ਤਾਂ ਹੁਣ ਇਹਨੂੰ ਆ 5 ਵਜੇ ਵਾਲੇ ਲੈਵਲ ਨੂੰ ਆਪਾਂ 0 ਮੰਨ ਲੈਂਦੇ ਹਾਂ। ਇਹ 5 ਵਜੇ ਵੱਜੀਆਂ ਸੀ ਇੱਥੇ। ਤਾਂ ਪਹਿਲੀ ਬੈਲ ਵੱਜੀ ਹੈ ਜੀ 6 ਮਿੰਟ 'ਤੇ, ਦੂਜੀ 12 ਮਿੰਟ 'ਤੇ, ਤੀਜੀ 18 'ਤੇ ਵੱਜੂਗੀ, ਫਿਰ ਚੌਥੀ 24 'ਤੇ ਵੱਜੂਗੀ, ਕਿਉਂਕਿ 6-6 ਮਿੰਟ ਬਾਅਦ ਵੱਜ ਰਹੀਆਂ ਨੇ। ਦੂਜੀ ਜਿਹੜੀ ਬੈਲ ਹੈ ਜੀ ਉਹ 8-8 ਮਿੰਟ ਬਾਅਦ ਵੱਜ ਰਹੀ ਹੈ। ਤਾਂ ਹੁਣ 8 ਮਿੰਟ ਬਾਅਦ ਪਹਿਲਾਂ ਵੱਜੀ ਹੈ, ਉਸ ਤੋਂ ਬਾਅਦ 8 ਦੂਣੀ 16 'ਤੇ ਵੱਜੂਗੀ, ਉਸ ਤੋਂ ਬਾਅਦ ਉਹ 24 'ਤੇ ਵੱਜੂਗੀ, 24ਵੇਂ ਮਿੰਟ 'ਤੇ। ਠੀਕ ਹੈ ਜੀ। ਹੁਣ ਥਰਡ ਬੈਲ 12 ਮਿੰਟ ਬਾਅਦ ਵੱਜ ਰਹੀ ਹੈ। ਤਾਂ 12ਵੇਂ ਮਿੰਟ 'ਤੇ ਪਹਿਲਾਂ ਵੱਜੂਗੀ, ਪਹਿਲਾਂ ਇੱਥੇ ਵੱਜ ਚੁੱਕੀ ਇੱਕ ਵਾਰੀ। ਠੀਕ ਹੈ, ਉਸ ਤੋਂ ਬਾਅਦ 12ਵੇਂ ਮਿੰਟ 'ਤੇ, ਉਸ ਤੋਂ ਬਾਅਦ 24ਵੇਂ ਮਿੰਟ 'ਤੇ। ਤਾਂ ਉਸ ਤੋਂ ਬਾਅਦ ਉਹ ਕਿੰਨੇ ਟਾਈਮ 'ਤੇ ਦੁਬਾਰਾ ਵੱਜਣਗੀਆਂ? ਦੇਖੋ, ਲੀਸਟ ਕਾਮਨ ਮਲਟੀਪਲਾਇਰ ਤਿੰਨਾਂ ਦਾ ਕਿਹੜਾ ਆ ਰਿਹਾ? 24। ਤਾਂ ਆਪਾਂ ਕਹਾਂਗੇ ਜੀ ਪਹਿਲਾਂ 5 ਵਜੇ ਵੱਜੀਆਂ ਸੀ, ਦੂਜੀ ਵਾਰੀ ਉਹ 5:24 ਮਿੰਟ 'ਤੇ ਤਿੰਨੋਂ ਇਕੱਠੀਆਂ ਬੈਲਾਂ ਜਿਹੜੀਆਂ ਨੇ ਉਹ ਵੱਜਣਗੀਆਂ। ਹੁਣ ਆਪਾਂ ਇੰਨਾ ਲੰਬਾ ਪ੍ਰੋਸੈਸ ਥੋੜ੍ਹਾ ਕਰਾਂਗੇ। ਠੀਕ ਹੈ, ਇਹ ਤਾਂ ਮੈਂ ਤੁਹਾਨੂੰ ਹੁਣ ਮਤਲਬ ਪੂਰੇ ਵਿਸਤਾਰ ਨਾਲ ਸਮਝਾਇਆ ਵੀ ਕਿੱਦਾਂ ਹੀ ਆਨਸਰ ਆਉਂਦਾ ਹੁੰਦਾ। ਹੁਣ ਆਪਾਂ ਇਹਨੂੰ ਮੈਥਮੈਟੀਕਲੀ ਦੇਖਦੇ ਹਾਂ ਕਿ ਕਿੱਦਾਂ ਸੋਲਵ ਕਰਨਾ। ਜਦੋਂ ਵੀ ਬੱਚੇ ਇਸ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਆਉਂਦੀ ਹੈ, ਸਟੇਟਮੈਂਟ ਆਉਂਦੀ ਹੈ, ਤਾਂ ਤੁਸੀਂ ਇਹਨੂੰ ਹੱਲ ਕਰਨਾ ਹੈ। ਜੋ ਵੀ ਤੁਹਾਡੇ ਕੋਲ 3 ਜਾਂ 4 ਜਾਂ 5 ਜਿੰਨੀਆਂ ਵੀ ਤੁਹਾਨੂੰ ਸੰਖਿਆਵਾਂ ਦਿੱਤੀਆਂ ਹੋਣਗੀਆਂ, ਤੁਸੀਂ ਉਹਨਾਂ ਦਾ LCM ਫਾਈਂਡ ਕਰਨਾ ਹੈ। ਤਾਂ LCM ਆਪਾਂ 6ਵੀਂ 7ਵੀਂ ਵਾਲੇ ਤਰੀਕੇ ਨਾਲ ਵੀ ਫਾਈਂਡ ਕਰ ਸਕਦੇ ਹਾਂ, ਜਿਹੜਾ ਹੁਣ 10th ਵਿੱਚ ਸਿੱਖਿਆ ਪ੍ਰਾਈਮ ਫੈਕਟਰਾਈਜੇਸ਼ਨ ਵਿੱਚ, ਪਹਿਲਾਂ HCF ਕੱਢ ਕੇ ਫਿਰ LCM ਕੱਢ ਕੇ ਉਸ ਨਾਲ ਵੀ ਕਰ ਸਕਦੇ ਹਾਂ। ਆਨਸਰ ਸੇਮ ਆਏਗਾ। ਤਾਂ ਹੁਣ 6, 8 ਅਤੇ 12 ਕਿਹੜੇ ਟੇਬਲ 'ਤੇ ਜਾ ਰਹੇ ਨੇ? 2 'ਤੇ। ਆਪਣੇ ਕੋਲ ਇੱਥੇ ਆਹ ਵਾਲੇ ਆਨਸਰਸ ਆ ਗਏ। ਹੁਣ ਕਿਹੜੇ ਟੇਬਲ 'ਤੇ ਜਾ ਰਹੇ ਨੇ? ਫਿਰ 2 'ਤੇ। ਹੁਣ ਕਿਹੜੇ ਟੇਬਲ 'ਤੇ ਜਾਣਗੇ? ਇਹ 3 'ਤੇ। ਹੁਣ ਇੱਥੇ ਤਾਂ ਪ੍ਰਾਈਮ ਹੀ ਬਚ ਗਿਆ, ਆਪਾਂ ਇੱਥੇ ਛੱਡ ਵੀ ਸਕਦੇ ਹਾਂ। ਜੇ ਤੁਹਾਡਾ ਨਹੀਂ ਮਤਲਬ ਤੁਹਾਨੂੰ ਸਮਝ ਲੱਗ ਰਿਹਾ ਤਾਂ ਆਪਾਂ ਸਾਰੇ 1-1 ਲਿਆ ਕੇ ਵੀ ਛੱਡ ਸਕਦੇ ਹਾਂ। ਹੁਣ ਇਹਨਾਂ ਨੂੰ ਮਲਟੀਪਲਾਈ ਕਰ ਲਓ। 2 ਦੂਣੀ 4, 4 ਤੀਏ 12 ਅਤੇ 12 ਦੂਣਾ 24। ਦੇਖੋ ਸੇਮ ਆਨਸਰ ਆਇਆ ਨਾ। ਤਾਂ 24 ਮਿੰਟ ਬਾਅਦ ਉਹ ਦੁਬਾਰਾ ਇਕੱਠੀਆਂ ਬੈਲਾਂ ਵੱਜਣਗੀਆਂ। ਤਾਂ ਜੇ ਪਹਿਲਾਂ 5 ਵਜੇ ਵੱਜੀਆਂ ਸੀ ਤਾਂ 24 ਮਿੰਟ ਬਾਅਦ ਮਤਲਬ 5:24 ਮਿੰਟ 'ਤੇ। ਕਲੀਅਰ ਆ ਬੱਚੇ ਤੁਹਾਨੂੰ ਇਹ ਕੁਐਸਚਨ?
हाँ जी, हुण अपना अगले दिन का जिहड़ा होम असाइनमेंट है, HCF एंड LCM ऑफ टू नंबर्स इज़ 6 एंड 60 रिस्पैक्टिवली। HCF कितना दिता होया जी 6 ते LCM कितना दिता होया 60। द टू नंबर्स आर Y एंड 30। दोनों नंबर्स ने जेड़े वो किहड़े किहड़े दिते हुए ने, एक Y है ते एक 30। फाइंड द वैल्यू ऑफ Y। जेकर दो संख्यावां Y ਅਤੇ 30 ਦਾ ਮਸਵ ਤੇ ਲਸਵ ਕਰਮਵਾਰ 6 ਅਤੇ 60 ਹੋਵੇ ਤਾਂ Y ਦਾ ਮੁੱਲ ਪਤਾ ਕਰੋ। हाँ जी, मेरे दसन की लोड़ है, हुण तुसीं खुद सॉल्व कर लोगे ना। चलो वीडियो पॉज करो, कॉपी पेन चक्को, पहले इहनूं हल करो। ठीक है, मैं तो हुण नाल दी नाल दसन लग जूँगी, फिर तुहानूं कोई मतलब रहनी नहीं, क्रेज़ जा नहीं रहना भी असीं सवाल आप कीता, तो वीडियो पॉज कर लो, खुद हल कर लो। ठीक है, फिर उस तो बाद जदों मैं हल करूँगी उन्होंने मिला लियो, कितनी खुशी होगी तुहानूं भी असीं खुद सॉल्व किया सम, है ना। चलो जी, आप मैं करानी हाँ हुण इहनूं। की सीगा अपने कोले HCF इंटू LCM इज़ इक्वल टू प्रोडक्ट ऑफ बोथ नंबर्स। पंजाबी च की लिखांगे, HCF इंटू LCM बराबर है दोनों संख्यावां दी गुणा। ठीक है जी, ये तो लिख लांगे ना आपां। हाँ जी, हुण आपां इहनूं लिखदे हां, HCF किन्ना जी 6, LCM किन्ना जी 60 बराबर दोनों संख्यावां किन्नियां ने Y गुणा 30। हल किवें करना है, जिधर अपने कोले चल है उन्होंने उधर रहन दो, 6 गुणा 60 बटे 30। तो आ इधर गुणा हो रहा सी ना, तो दूसरे पासे जाके बटे चला गया, 0 नाल 0 कैंसल हो गई, 3 दे पहाड़े ते आपां 6 कटता, तो अपने कोल कितना आंसर आ गया 12। तो दूसरा नंबर कितना आ गया अपने कोले 12। चैक भी कर सकते हो, जो आप उरे Y की थां ते 12 भरते हैं तो 12 तिया 36, यानी कि ये भी 360 आ रहा है, छिकम छिकम 36, ये भी 360 आ रहा है। तो अपने कोले लैफ्ट हैंड साइड ते राइट हैंड साइड दोनों बराबर है। तो हाँ जी बेटे, जिन्नियां हुण तक शीट्स आईयां सी आपां वो सारियां कर लईयां ने। शीट 1 ते शीट 2 आपां दो अलग अलग वीडियोज़ दे विच सेंड कीतियां सी। शीट 3 ते 4 आपां इसे सिंगल वीडियो दे विच तुहानूं भेजी है। बहुत ध्यान नाल इन्हां वीडियोज़ नूं देखना, समझना ते इहदे नाल दे क्वेश्चनस बुक दी एक्सरसाइज 1.2 दे विचों करन दी कोशिश करना। बाय बेटा।